ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੱਸਾਂਗੇ ਕਿ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਖੋ-ਵੱਖਰੇ ਸੂਬਿਆਂ ਤੇ ਟੈਰੀਟਰੀਜ਼ ਦੇ ਮੁੱਖ ਮੰਤਰੀਆਂ ਦੇ ਅੱਗੇ ਸਿਹਤ ਪਲਾਨ ਨੂੰ ਲੈ ਕੇ ਪੇਸ਼ਕਸ਼ ਕੀਤੀ ਸੀ, ਉਸ ਦਾ ਜਵਾਬ ਹਜੇ ਤੱਕ ਦੇਣਾ ਬਾਕੀ ਸੀ। ਹੁਣ ਪ੍ਰੀਮੀਅਰਸ ਦੇ ਵੱਲੋਂ ਉਸ ਨੂੰ ਕਬੂਲ ਲਿਆ ਜਾਵੇਗਾ, ਜਿਸ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਕਰੀਬ $196 ਬਿਲੀਅਨ ਦਾ ਇਹ ਪਲਾਨ ਹੈ, ਜੋ ਕਿ ਅਗਲੇ 10 ਸਾਲ ਦੇ ਦੌਰਾਨ ਫੈਡਰਲ ਸਰਕਾਰ ਸੂਬਿਆਂ ਨੂੰ ਇਹ ਫੰਡਿੰਗ ਦੇਵੇਗੀ। ਉਸ ਆਧਾਰ ਦੇ ਉੱਤੇ ਜੋ ਸ਼ਰਤਾਂ ਰੱਖੀਆਂ ਗਈਆਂ ਨੇ, ਜਿਸ ਦੇ ਵਿੱਚ ਰਣਨੀਤੀ ਬਣਾਉਣੀ ਪਵੇਗੀ। ਇਹ ਦੱਸਣਾ ਹੋਵੇਗਾ ਕਿ ਆਖਿਰ ਕਿੱਥੇ ਉਸ ਦੀ ਵਰਤੋਂ ਕੀਤੀ ਜਾਣੀ ਹੈ, ਕਿ ਕਿਸ ਤਰ੍ਹਾਂ ਉਸ ਫੰਡਿੰਗ ਨੂੰ ਵਰਤਿਆ ਜਾਣਾ ਹੈ ਤੇ ਉਸ ਦੇ ਨਾਲ ਅਸਰ ਕਿੰਨਾ ਕੁ ਦਿਖਾਈ ਦੇ ਰਿਹਾ ਹੈ, ਕਿ ਸਿਹਤ ਸਹੂਲਤਾਂ ਦੇ ਵਿੱਚ ਸੁਧਾਰ ਕਿੰਨਾ ਕੁ ਦਿਖਾਈ ਦਿੰਦਾ ਹੈ। ਉਸ ਦੇ ਵੀ ਨਾਲ ਦੀ ਨਾਲ ਸਬੂਤ ਤੇ ਜਾਣਕਾਰੀ ਦੇਣੀ ਪਵੇਗੀ, ਜਿਸ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਛੇਤੀ ਹੀ ਸਾਹਮਣੇ ਆਵੇਗੀ, ਜਿਸ ਦੇ ਬਾਰੇ ਅਸੀਂ ਤੁਹਾਨੂੰ ਵੀ ਦੱਸਾਂਗੇ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਦੇ ਹਾਂ, ਜੋ ਕਿ ਕੈਨੇਡਾ ਤੇ ਅਮਰੀਕਾ ਦੇ ਅਸਮਾਨ ਦੇ ਵਿੱਚ ਜੋ ਅਣਜਾਣ ਚੀਜ਼ਾਂ ਦਿਖਾਈ ਦਿੱਤੀਆਂ, ਜਿਨ੍ਹਾਂ ਨੂੰ ਹੇਠਾਂ ਵੀ ਸੁੱਟ ਲਿਆ ਗਿਆ ਫੌਜ ਦੇ ਵੱਲੋਂ, ਜਿਸ ਦੇ ਬਾਰੇ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਕਿਹਾ ਹੈ, ਉਹ ਹੁਣ ਤੁਹਾਨੂੰ ਦੱਸਾਂਗੇ। ਉੱਤਰੀ ਅਮਰੀਕਾ ਵਿੱਚ ਪਿਛਲੇ ਹਫ਼ਤੇ ਦੌਰਾਨ 4 ਉੱਡਦੀਆਂ ਹੋਈਆਂ ਅਣਜਾਣ ਚੀਜ਼ਾਂ ਅਸਮਾਨ ਦੇ ਵਿੱਚ ਦਿਖਾਈ ਦਿੱਤੀਆਂ, ਜਿਨ੍ਹਾਂ ਨੂੰ ਹੇਠਾਂ ਸੁੱਟਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਵੀ ਕੀਤੀ ਹੈ। ਬੇਸ਼ੱਕ ਇਸ ਨੂੰ ਚਾਈਨੀਜ਼ ਬੈਲੂਨ ਕਿਹਾ ਜਾ ਰਿਹਾ ਹੈ, ਪਰ ਅਧਿਕਾਰਤ ਤੌਰ ਦੇ ਉੱਤੇ ਕਿਸੇ ਨੇ ਵੀ ਇਹ ਪੁਸ਼ਟੀ ਅਜੇ ਨਹੀਂ ਕੀਤੀ ਹੈ ਕਿ ਜੋ ਆਖਰੀ 3 ਚੀਜ਼ਾਂ ਅਸਮਾਨ ਦੇ ਵਿੱਚ ਦਿਖਾਈ ਦਿੱਤੀਆਂ ਉਹ ਚਾਈਨੀਜ਼ ਸਪਾਈ ਬੈਲੂਨ ਹੀ ਸੀ ਜਾਂ ਨਹੀਂ। ਕਿ ਕੈਨੇਡਾ ਦੇ ਯੂਕੋਨ ਦੇ ਵਿੱਚ ਵੀ ਜੋ ਅਸਮਾਨ ਵਿੱਚ ਉੱਡਦੀ ਹੋਈ ਚੀਜ਼ ਦਿਖਾਈ ਦਿੱਤੀ ਹੈ, ਕਿ ਉਹ ਚੀਨ ਵੱਲੋਂ ਸੀ ਜਾਂ ਨਹੀਂ। ਯੂਕੋਨ ਦੇ ਵਿੱਚ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫੌਜੀਆਂ ਤੇ ਪੁਲਿਸ ਅਧਿਕਾਰੀਆਂ ਨੂੰ ਮਿਲੇ, ਜਿੱਥੇ ਉਹਨਾਂ ਨੇ ਕਿਹਾ ਕਿ ਕੁਝ ਹੀ ਸਮੇਂ ਵਿੱਚ ਅਸਮਾਨ 'ਚ ਉੱਡਦੀਆਂ ਹੋਈਆਂ ਇਹ ਚੀਜ਼ਾਂ ਜੋ ਦਿਖਾਈ ਦਿੱਤੀਆਂ ਨੇ, ਇਹਨਾਂ ਦਾ ਇੱਕ ਦੂਜੇ ਨਾਲ ਸਬੰਧ ਹੋ ਸਕਦਾ ਹੈ ਤੇ ਇਹ ਇਤਫਾਕ ਨਹੀਂ ਜਾਪਦਾ, ਜਿਸ ਦੇ ਬਾਰੇ ਗੰਭੀਰਤਾ ਦੇ ਨਾਲ ਜਾਂਚ ਚੱਲ ਰਹੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਕਾਫੀ ਗੰਭੀਰ ਦੱਸਦੇ ਹੋਏ ਕਿਹਾ ਕਿ ਕੈਨੇਡਾ ਤੇ ਅਮਰੀਕਾ ਮਿਲ ਕੇ ਇਸ ਦੇ ਬਾਰੇ ਜਾਂਚ ਕਰ ਰਹੇ ਨੇ। ਅਮਰੀਕਾ ਵਿੱਚ ਵੀ ਦੱਸਿਆ ਗਿਆ ਸੀ ਕਿ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਚੀਨ ਦੇ ਇੱਕ ਜਾਸੂਸੀ ਕਰਨ ਵਾਲੇ ਗੁਬਾਰੇ ਨੂੰ ਹੇਠਾਂ ਸੁੱਟਿਆ ਗਿਆ, ਜਿਸ ਤੋਂ ਬਾਅਦ ਅਲਾਸਕਾ ਦੇ ਵਿੱਚ ਵੀ ਅਸਮਾਨ 'ਚ ਅਜਿਹਾ ਹੀ ਗੁਬਾਰਾ ਦਿਖਾਈ ਦਿੱਤਾ, ਜਿਸ ਨੂੰ ਸ਼ੁੱਕਰਵਾਰ ਦੇ ਦਿਨ ਹੇਠਾਂ ਸੁੱਟਿਆ ਗਿਆ। ਸ਼ਨੀਵਾਰ ਨੂੰ ਕੈਨੇਡਾ ਦੇ ਯੂਕੋਨ ਦੇ ਵਿੱਚ ਅਜਿਹਾ ਹੋਇਆ ਤੇ ਫਿਰ ਐਤਵਾਰ ਨੂੰ ਕੈਨੇਡਾ ਦੇ ਓਨਟਾਰੀਓ ਦੇ ਵਿੱਚ ਇੱਕ ਬਲੂਨ ਨੂੰ ਹੇਠਾਂ ਸੁੱਟਿਆ ਗਿਆ। ਆਖਰੀ 3 ਚੀਜ਼ਾਂ ਜੋ ਅਸਮਾਨ ਦੇ ਵਿੱਚ ਸਨ, ਉਹਨਾਂ ਦੇ ਬਾਰੇ ਅਮਰੀਕਾ ਤੇ ਕੈਨੇਡਾ ਦੇ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਕਿੱਥੋਂ ਆਈਆਂ ਸਨ। ਸਿਰਫ ਪਹਿਲੀ ਬਾਰੇ ਅਮਰੀਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਹ ਚਾਈਨੀਜ਼ ਸਪਾਈ ਬੈਲੂਨ ਸੀ, ਜਿਸ ਦੇ ਨਾਲ ਅਮਰੀਕਾ ਦੀ ਮਿਲਟਰੀ ਦੀਆਂ ਥਾਵਾਂ ਦੇ ਉੱਤੇ ਨਜ਼ਰ ਰੱਖਣ ਦੀ ਕੋਸ਼ਿਸ਼ ਸੀ। ਫਿਰ ਬਾਕੀ 3 ਗੁਬਾਰੇ ਜੋ ਅਸਮਾਨ ਦੇ ਵਿੱਚ ਦਿਖਾਈ ਦਿੱਤੇ, ਉਹਨਾਂ ਦੇ ਬਾਰੇ ਅਜੇ ਕੋਈ ਹੋਰ ਜਾਣਕਾਰੀ ਨਹੀਂ ਦੱਸੀ ਗਈ ਹੈ, ਜਿਸ ਦੇ ਬਾਰੇ ਜਾਂਚ ਚੱਲਦੀ ਹੋਣ ਦਾ ਦਾਅਵਾ ਹੀ ਕੀਤਾ ਜਾ ਰਿਹਾ ਹੈ। ਜਿਵੇਂ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਘਰਾਂ ਦੇ ਡਰਾਈਵੇ ਤੇ ਨਾਲ ਹੀ ਹੋਰ ਕਈ ਥਾਵਾਂ ਤੋਂ ਵਾਹਨ ਚੋਰੀ ਕਰਨ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆਏ, ਤਾਂ ਸੈਂਕੜੇ ਵਾਹਨ ਹੁਣ ਪੁਲਿਸ ਨੇ ਬਰਾਮਦ ਕੀਤੇ ਨੇ। ਇੱਕ ਪ੍ਰੋਜੈਕਟ ਉਹਨਾਂ ਨੇ ਸ਼ੁਰੂ ਕੀਤਾ, ਜਿਸ ਤਹਿਤ ਜਾਂਚ ਕੀਤੀ ਜਾ ਰਹੀ ਸੀ, ਜਿਸ ਦੇ ਵਿੱਚ ਇਹਨਾਂ ਵਾਹਨਾਂ ਨੂੰ ਵੱਖੋ-ਵੱਖਰੇ ਦੇਸ਼ਾਂ ਤੱਕ ਵੀ ਭੇਜ ਦਿੱਤਾ ਗਿਆ ਸੀ ਅੱਗੇ ਵੇਚਣ ਵਾਸਤੇ, ਜਿਸ ਦੇ ਬਾਰੇ ਸਾਰੀ ਜਾਣਕਾਰੀ ਹੁਣ ਪੁਲਿਸ ਨੇ ਸਾਂਝੀ ਕੀਤੀ ਹੈ ਤੇ ਕਈ ਲੱਖ ਡਾਲਰ ਦੇ ਵਾਹਨ ਬਰਾਮਦ ਕੀਤੇ ਗਏ ਨੇ। ਕੈਨੇਡਾ ਤੋਂ ਮਹਿੰਗੇ ਵਾਹਨ ਚੋਰੀ ਕਰਕੇ ਯੂਰਪ ਭੇਜ ਦਿੱਤੇ ਗਏ ਤੇ ਫਿਰ ਕੈਨੇਡਾ ਤੋਂ ਪੁਲਿਸ ਨੇ ਜਾਂਚ ਮਗਰੋਂ ਉਹ ਵਾਹਨ ਬਰਾਮਦ ਕਰ ਲਏ ਤੇ ਉਹਨਾਂ ਨੂੰ ਮੁੜ ਤੋਂ ਕੈਨੇਡਾ ਮੰਗਵਾਇਆ ਗਿਆ। ਯਾਰਕ ਰੀਜਨਲ ਪੁਲਿਸ ਦੀ ਗੱਡੀਆਂ ਚੋਰੀ ਕਰਨ ਵਾਲਿਆਂ ਤੇ ਜਾਂਚ ਕਰ ਰਹੀ ਟੀਮ ਨੇ ਦੱਸਿਆ ਕਿ ਉਹਨਾਂ ਨੇ 64 ਵਾਹਨ ਬਰਾਮਦ ਕੀਤੇ ਨੇ, ਜਿਨ੍ਹਾਂ ਦੀ ਕੀਮਤ ਕਰੀਬ $35 ਲੱਖ ਹੈ, ਜੋ ਦੱਖਣੀ ਯੂਰਪ ਵਿੱਚ ਰਿਪਬਲਿਕ ਆਫ ਮਾਲਟਾ ਤੋਂ ਬਰਾਮਦ ਕੀਤੇ ਗਏ ਨੇ। ਮੈਜੈਸਟਿਕ ਨਾਮ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਜਿਸ ਤਹਿਤ ਹੋਈ ਜਾਂਚ ਦੇ ਉੱਤੇ ਇਹ ਵਾਹਨ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਹ ਕੈਨੇਡਾ ਦੇ ਬਾਰਡਰ ਅਧਿਕਾਰੀਆਂ ਸਮੇਤ ਮਾਲਟਾ ਪੋਰਟ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਚੋਰੀ ਦੇ ਵਾਹਨ ਸ਼ਿਪਿੰਗ ਕੰਟੇਨਰਸ ਵਿੱਚ ਸਨ, ਜਿਨ੍ਹਾਂ ਨੂੰ ਅੱਗੇ ਗੈਰ ਕਾਨੂੰਨੀ ਤਰੀਕੇ ਨਾਲ ਵੇਚਣ ਦੀ ਤਿਆਰੀ ਸੀ। ਇਹ ਜਾਂਚ ਸਾਲ 2021 ਵਿੱਚ ਸ਼ੁਰੂ ਕੀਤੀ ਗਈ। ਟੋਰਾਂਟੋ ਪੁਲਿਸ ਤੇ ਪੀਲ ਖੇਤਰ ਦੀ ਪੁਲਿਸ ਵੀ ਮਿਲ ਕੇ ਕੰਮ ਕਰ ਰਹੇ ਸਨ। GTA ਖੇਤਰ ਵਿੱਚ ਘਰਾਂ ਦੇ ਅੱਗੇ ਤੋਂ ਹੀ ਵਾਹਨ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਇਹ ਜਾਂਚ ਸ਼ੁਰੂ ਹੋਈ, ਜਦੋਂ ਘਰਾਂ ਦੇ ਅੱਗੇ ਡਰਾਈਵੇ ਤੇ ਖੜੇ ਮਹਿੰਗੇ ਵਾਹਨਾਂ ਨੂੰ ਚੋਰ ਕੰਪਿਊਟਰ ਦੇ ਨਾਲ ਜੋੜ ਕੇ ਰੀਪ੍ਰੋਗਰਾਮ ਕਰ ਲੈਂਦੇ ਸੀ, ਤਾਂ ਕਿ ਉਹ ਨਵੀਂ ਚਾਬੀ ਦੇ ਨਾਲ ਚੱਲ ਸਕਣ, ਜਿਸ ਤੋਂ ਬਾਅਦ ਵਾਹਨਾਂ ਨੂੰ ਸਿੱਧਾ ਜਾਂ ਤਾਂ ਮੌਂਟਰੀਅਲ ਪੋਰਟ ਤੇ ਲਿਜਾਇਆ ਗਿਆ ਜਾਂ ਟੋਰਾਂਟੋ ਦੇ ਵਿੱਚ ਹੀ ਸਿੱਧਾ ਕੰਟੇਨਰਸ ਦੇ ਵਿੱਚ ਪਾਇਆ ਗਿਆ ਤੇ ਰੇਲ ਗੱਡੀ ਦੇ ਰਾਹੀਂ ਉਹ ਕੰਟੇਨਰ ਮੌਂਟਰੀਅਲ ਭੇਜੇ ਗਏ ਤੇ ਫਿਰ ਉਹਨਾਂ ਕੰਟੇਨਰਸ ਨੂੰ ਸਮੁੰਦਰੀ ਜਹਾਜ਼ਾਂ ਦੇ ਵਿੱਚ ਭੇਜਿਆ ਗਿਆ ਤੇ ਵਾਹਨ ਅਫਰੀਕਾ ਤੇ UAE ਦੇ ਵਾਸਤੇ ਵੀ ਵੇਚਣ ਦੇ ਲਈ ਭੇਜੇ ਗਏ। ਮੰਗਲਵਾਰ ਦੇ ਦਿਨ ਮਾਰਚ 16, 2021 ਨੂੰ 2 ਮਹੀਨੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ GTA ਤੇ ਕਿਊਬੈਕ ਵਿੱਚ 8 ਥਾਵਾਂ ਦੇ ਉੱਤੇ ਛਾਪੇਮਾਰੀਆਂ ਕੀਤੀਆਂ।
ਮਾਰਚ 2021 ਤੇ ਦਸੰਬਰ 2022 ਦੇ ਦਰਮਿਆਨ 70 ਚੋਰੀ ਦੇ ਵਾਹਨ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਕੀਮਤ $45 ਲੱਖ ਸੀ ਤੇ ਜੋ ਦੱਖਣੀ ਯੂਰਪ ਦੇ ਵਿੱਚ ਵੀ ਵਾਹਨ ਭੇਜੇ ਗਏ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਸਮੇਤ ਪੁਲਿਸ ਨੇ ਹੁਣ ਤੱਕ ਚੋਰੀ ਹੋਏ 130 ਤੋਂ ਵੱਧ ਵਾਹਨ ਬਰਾਮਦ ਕਰ ਲਏ ਨੇ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ $80 ਲੱਖ ਹੈ। 8 ਜਣਿਆਂ ਦੇ ਉੱਤੇ ਕੇਸ ਦਰਜ ਕੀਤੇ ਗਏ ਨੇ, 170 ਕੇਸ ਪਾਏ ਗਏ ਨੇ, ਜਿਸ ਦੇ ਲਈ ਪੁਲਿਸ ਨੇ ਵੀ ਕਿਹਾ ਕਿ ਇਸ ਨਾਲ ਜੁੜੇ ਕਿਸੇ ਮਾਮਲੇ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ 1866876542 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਅੱਗੇ ਜੋ ਸਰੀ ਆਰਸੀਐਮਪੀ ਨੇ ਸਹਿਯੋਗ ਦੀ ਮੰਗ ਕੀਤੀ ਹੈ ਇੱਕ ਪੰਜਾਬੀ ਔਰਤ ਨੂੰ ਲੱਭਣ ਵਾਸਤੇ ਜੋ ਕਿ ਲਾਪਤਾ ਹੈ। ਸਰੀ ਆਰਸੀਐਮਪੀ ਨੇ ਇੱਕ 42 ਸਾਲ ਦੀ ਪੰਜਾਬੀ ਔਰਤ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ ਜੋ ਕਿ ਲਾਪਤਾ ਨੇ। ਫਰਵਰੀ 12, 2023 ਨੂੰ ਕਮਲਜੀਤ ਟਿਵਾਣਾ ਦੇ ਲਾਪਤਾ ਹੋਣ ਦੇ ਬਾਰੇ ਰਿਪੋਰਟ ਦਰਜ ਕਰਵਾਈ ਗਈ, ਜਿਨ੍ਹਾਂ ਨੂੰ ਆਖਰੀ ਵਾਰ ਫਰਵਰੀ 11, 2023 ਨੂੰ ਰਾਤ ਦੇ 11 ਵਜੇ ਦੇ ਨੇੜੇ ਸਰੀ ਦੇ ਵਿੱਚ 7000 ਬਲਾਕ ਤੇ 123B ਸਟਰੀਟ ਦੇ ਖੇਤਰ ਵਿੱਚ ਦੇਖਿਆ ਗਿਆ ਸੀ। ਕਮਲਜੀਤ ਟਿਵਾਣਾ ਨੂੰ ਆਖਰੀ ਵਾਰ ਗ੍ਰੇ ਰੰਗ ਦੀ 2006 ਮਾਡਲ ਨਿਸਾਨ ਦੀ ਗੱਡੀ ਚਲਾਉਂਦੇ ਹੋਏ ਦੇਖਿਆ ਗਿਆ। ਇਹ ਵੀ ਦਾਅਵਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਡੈਲਟਾ ਪੁਲਿਸ ਨੇ ਐਲੈਕਸ ਫਰੇਜ਼ਰ ਬ੍ਰਿਜ ਤੋਂ ਐਤਵਾਰ ਦੀ ਸਵੇਰ ਨੂੰ ਉਸ ਗੱਡੀ ਨੂੰ ਬਰਾਮਦ ਕਰ ਲਿਆ, ਜੋ ਕਿ ਪੁਲ ਉੱਤੇ ਇਕੱਲੀ ਗੱਡੀ ਹੀ ਮੌਜੂਦ ਸੀ। ਸਰੀ ਆਰਸੀਐਮਪੀ ਦੀ ਮਿਸਿੰਗ ਪਰਸਨਸ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਡਰਾਈਵਰਾਂ ਨੂੰ ਤੇ ਚਸ਼ਮਦੀਦਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਕਮਲਜੀਤ ਨੂੰ ਗੱਡੀ ਚਲਾਉਂਦੇ ਹੋਏ ਸ਼ਨੀਵਾਰ ਦੀ ਰਾਤ ਨੂੰ ਜਾਂ ਐਤਵਾਰ ਦੀ ਸਵੇਰ ਨੂੰ ਦੇਖਿਆ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਕਮਲਜੀਤ ਟਿਵਾਣਾ ਦੀ ਜਿਵੇਂ ਕਿ ਉਮਰ 42 ਸਾਲ ਹੈ, ਪੰਜਾਬੀ ਔਰਤ ਹੈ, 5 ਫੁੱਟ 5 ਇੰਚ ਦੇ ਨੇੜੇ ਉਹਨਾਂ ਦਾ ਕੱਦ ਹੈ ਤੇ 99 ਪੌਂਡ ਦੇ ਨੇੜੇ ਭਾਰ ਹੈ, ਜਿਨ੍ਹਾਂ ਦੀਆਂ ਭੂਰੀਆਂ ਅੱਖਾਂ ਨੇ ਤੇ ਕਾਲੇ ਵਾਲ ਨੇ। ਹੁਣ ਤੁਹਾਨੂੰ ਜਾਣਕਾਰੀ ਦੱਸਾਂਗੇ ਕਿ ਜੋ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਇੱਕ ਗੈਸ ਲੀਕ ਹੋਣ ਦੇ ਕਰਕੇ ਵੱਡਾ ਧਮਾਕਾ ਹੋਇਆ, ਜਿਸ ਦੇ ਨਾਲ ਕਈ ਘਰ ਢਹਿ ਢੇਰੀ ਹੋ ਗਏ ਤੇ 12 ਦੇ ਕਰੀਬ ਲੋਕ ਜ਼ਖਮੀ ਵੀ ਹੋਏ। ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਸਵੇਰੇ 6:18 ਉੱਤੇ ਇੱਕ ਵੱਡਾ ਵਿਸਫੋਟ ਹੋਇਆ। ਇਹ ਧਮਾਕਾ ਇੱਕ ਨਿਰਮਾਣ ਵਾਲੀ ਥਾਂ ਦੇ ਉੱਤੇ ਹੋਇਆ, ਜਿਸ ਤੋਂ ਬਾਅਦ 12 ਜਣੇ ਜ਼ਖਮੀ ਹੋ ਗਏ। ਪੂਰਬੀ ਓਟਵਾ ਖੇਤਰ ਵਿੱਚ ਹਾਰਵੈਸਟ ਵੈਲੀ ਐਵੇਨਿਊ ਕੋਲ 10th ਲਾਈਨ ਰੋਡ ਦੇ ਉੱਤੇ ਇੱਕ ਨਿਰਮਾਣ ਹੋ ਰਿਹਾ ਸੀ, ਜਿੱਥੇ ਗੈਸ ਲੀਕ ਹੋਣ ਕਰਕੇ ਧਮਾਕਾ ਹੋਇਆ। ਮੌਕੇ ਦੇ ਉੱਤੇ ਐਮਰਜੈਂਸੀ ਟੀਮ ਪਹੁੰਚੀ। ਫਾਇਰ ਫਾਈਟਰਸ ਨੇ 2 ਜਣਿਆਂ ਨੂੰ ਮਲਬੇ ਦੇ ਹੇਠਾਂ ਤੋਂ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ ਇੱਕ ਜਣੇ ਨੂੰ ਧਮਾਕਾ ਹੋਣ ਤੋਂ ਕਰੀਬ 1 ਘੰਟੇ ਬਾਅਦ ਬਾਹਰ ਕੱਢਿਆ ਗਿਆ ਤਾਂ ਦੂਜੇ ਨੂੰ ਕਰੀਬ 3 ਘੰਟੇ ਬਾਅਦ ਬਾਹਰ ਕੱਢਿਆ ਜਾ ਸਕਿਆ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਵੇਰੇ 6:18 ਦੇ ਉੱਤੇ ਜਦੋਂ ਇਹ ਧਮਾਕਾ ਹੋਇਆ ਤਾਂ ਕਈ ਘਰ ਉੱਥੇ ਨਿਰਮਾਣ ਅਧੀਨ ਸਨ, ਉਹ ਵੀ ਡਿੱਗ ਗਏ। ਨੇੜਲੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਕਈ ਕਿਲੋਮੀਟਰ ਦੀ ਦੂਰੀ ਤੱਕ ਇਸ ਧਮਾਕੇ ਦਾ ਲੋਕਾਂ ਨੂੰ ਅਹਿਸਾਸ ਹੋਇਆ। ਜਿਵੇਂ ਕਿ 2 ਜਣਿਆਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਤਾਂ 4 ਹੋਰ ਜ਼ਿਆਦਾ ਜ਼ਖਮੀ ਹੋਏ ਸਨ। ਕੁੱਲ 6 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ 2 ਬੱਚੇ ਵੀ ਸੀ, ਜਿਨ੍ਹਾਂ ਨੂੰ ਬੱਚਿਆਂ ਦੇ ਹਸਪਤਾਲ ਵਿੱਚ ਲਿਜਾਇਆ ਗਿਆ। 6 ਹੋਰ ਜ਼ਖਮੀ ਹੋਏ ਸੀ, ਜਿਨ੍ਹਾਂ ਨੂੰ ਪੈਰਾਮੈਡਿਕਸ ਨੇ ਮੌਕੇ ਦੇ ਉੱਤੇ ਹੀ ਇਲਾਜ ਦੇ ਦਿੱਤਾ। ਕੁੱਲ 12 ਜਣਿਆਂ ਦੇ ਜ਼ਖਮੀ ਹੋਣ ਦੇ ਬਾਰੇ ਦੱਸਿਆ ਗਿਆ। ਓਟਵਾ ਫਾਇਰ ਸਰਵਿਸ ਦੇ ਡਿਪਟੀ ਚੀਫ ਨੇ ਕਿਹਾ ਕਿ ਇਸ ਧਮਾਕੇ ਨਾਲ 4 ਘਰ ਡਿੱਗ ਗਏ। 305, 307, 309 ਤੇ 311 ਬਲੌਸਮ ਪਾਸ ਟੈਰਿਸ ਤੇ। ਬੇਸ਼ੱਕ ਇਸ ਖੇਤਰ ਵਿੱਚ ਨਿਰਮਾਣ ਹੋ ਰਿਹਾ ਸੀ, ਪਰ ਕਈ ਘਰਾਂ 'ਚ ਪਰਿਵਾਰ ਆ ਕੇ ਰਹਿਣ ਵੀ ਲੱਗੇ ਨੇ, ਜਿਨ੍ਹਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਬਚਾਅ ਦੇ ਲਈ ਐਮਰਜੈਂਸੀ ਟੀਮ ਨੇ 300 ਮੀਟਰ ਦੇ ਦਾਇਰੇ ਵਿੱਚ ਘਰ ਖਾਲੀ ਕਰਵਾ ਦਿੱਤੇ ਸਨ। ਇਸ ਮੌਕੇ ਜੋ ਇਹ ਜਾਣਕਾਰੀ ਸਾਹਮਣੇ ਆਈ ਹੈ, ਦਰਅਸਲ ਜਿੱਥੇ ਧਮਾਕਾ ਹੋਇਆ ਇਹ ਓਟਵਾ ਡਾਊਨਟਾਊਨ ਦੇ ਪੂਰਬੀ ਖੇਤਰ ਵੱਲ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ। ਇਸ ਮੌਕੇ ਜਿਨ੍ਹਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਨੇ ਤੇ ਹਜੇ ਵੀ ਉਹ ਆਪਣੇ ਘਰਾਂ ਦੇ ਵਿੱਚ ਨਹੀਂ ਜਾ ਸਕਦੇ, ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਮਿੰਟੋ ਆਫਿਸ ਦੇ 2370 10th ਲਾਈਨ ਰੋਡ ਦੇ ਉੱਤੇ ਜਾ ਸਕਦੇ ਨੇ ਮਦਦ ਵਾਸਤੇ। ਤੇ ਇਸ ਦੇ ਨਾਲ ਹੀ ਜਿਨ੍ਹਾਂ ਦੇ ਘਰਾਂ ਨੂੰ ਥੋੜਾ ਹੀ ਨੁਕਸਾਨ ਹੋਇਆ ਏ, ਉਹ ਇਸ ਵਾਸਤੇ ਆਪਣੀ ਇੰਸ਼ੋਰੈਂਸ ਕੰਪਨੀ ਨਾਲ ਸੰਪਰਕ ਕਰ ਸਕਦੇ ਨੇ। ਟੋਰਾਂਟੋ ਪੁਲਿਸ 3 ਜਣਿਆਂ ਨੂੰ ਲੱਭਣ ਵਾਸਤੇ ਸਹਿਯੋਗ ਮੰਗ ਰਹੀ ਹੈ, ਜਿੱਥੇ ਕਿ ਇੱਕ ਔਰਤ ਦੇ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਸਬਵੇ ਸਟੇਸ਼ਨ ਦੇ ਉੱਤੇ। ਟੋਰਾਂਟੋ ਪੁਲਿਸ ਨੇ ਇੱਕ ਜਾਣਕਾਰੀ ਜਨਤਕ ਕੀਤੀ ਹੈ, ਜੋ ਐਤਵਾਰ ਫਰਵਰੀ 12 ਦੇ ਦਿਨ ਸ਼ਾਮੀ 6:34 ਦੇ ਉੱਤੇ ਪੁਲਿਸ ਨੂੰ ਸਪੈਡੀਨਾ ਸਬਵੇ ਸਟੇਸ਼ਨ ਦੇ ਉੱਤੇ ਬੁਲਾਇਆ ਗਿਆ, ਜਿੱਥੇ ਪੁਲਿਸ ਮੁਤਾਬਕ ਇੱਕ ਔਰਤ ਦੀ 3 ਜਣਿਆਂ ਦੇ ਨਾਲ ਬਹਿਸ ਹੋ ਪਈ, ਜਿਨ੍ਹਾਂ ਨੂੰ ਉਹ ਜਾਣਦੀ ਨਹੀਂ ਸੀ, ਜਿਨ੍ਹਾਂ ਵਿੱਚ 2 ਨੌਜਵਾਨ ਸਨ ਤੇ ਇੱਕ ਲੜਕੀ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਪੁਰਸ਼ ਨੇ ਜਿਸ ਔਰਤ ਦੇ ਨਾਲ ਬਹਿਸ ਹੋਈ ਪਹਿਲਾਂ ਉਸਦੇ ਮੂੰਹ ਦੇ ਉੱਤੇ ਥੁੱਕਿਆ,
ਉਸ ਨੂੰ ਧੱਕੇ ਵੀ ਮਾਰੇ ਤੇ ਫਿਰ ਉਸ ਦੇ ਕੋਲ ਇੱਕ ਚਾਕੂ ਸੀ, ਜਿਸ ਦੇ ਨਾਲ ਉਸਨੇ ਉਸ ਔਰਤ ਦੇ ਮੂੰਹ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਟੋਰਾਂਟੋ ਪੁਲਿਸ 3 ਜਣਿਆਂ ਦੀ ਭਾਲ ਕਰ ਰਹੀ ਹੈ ਜੋ ਮੌਕੇ ਤੋਂ ਫਰਾਰ ਹੋ ਗਏ ਸਨ, ਜਿਨ੍ਹਾਂ ਦੇ ਬਾਰੇ ਪਛਾਣ ਦੱਸੀ ਗਈ ਹੈ ਕਿ ਜੋ ਪਹਿਲਾ ਵਿਅਕਤੀ ਹੈ ਉਸ ਦਾ ਕੱਦ 5 ਫੁੱਟ 10 ਇੰਚ ਦੇ ਨੇੜੇ, 140 ਪੌਂਡ ਦੇ ਨੇੜੇ ਭਾਰ ਹੈ, ਕਾਲੇ ਪਫੀ ਵਾਲ ਸਨ ਉਸਦੇ, ਜਿਸਨੇ ਕਿ ਆਖਰੀ ਵਾਰ ਗ੍ਰੇ ਜੈਕਟ ਪਾਈ ਹੋਈ ਸੀ ਜਿਸ ਦੀ ਕਿ ਫਰ ਹੁੱਡ ਵੀ ਸੀ, ਗ੍ਰੇ ਸਵੈਟਰ ਪਾਇਆ ਹੋਇਆ ਸੀ, ਨੀਲਾ ਮਾਸਕ, ਗ੍ਰੇ ਸਵੈਟ ਪੈਂਟ, ਕਾਲੇ ਬੂਟ ਪਾਏ ਹੋਏ ਸਨ, ਜਿਸ ਦੇ ਕੋਲ ਕਰੀਬ 6 ਇੰਚ ਦਾ ਚਾਕੂ ਵੀ ਸੀ ਤੇ ਦੂਜਾ 16 ਤੋਂ 19 ਸਾਲ ਦੇ ਦਰਮਿਆਨ ਉਸ ਨੌਜਵਾਨ ਦੀ ਉਮਰ ਸੀ, 130 ਪੌਂਡ ਦੇ ਨੇੜੇ ਭਾਰ, 5 ਫੁੱਟ 7 ਇੰਚ ਦੇ ਨੇੜੇ ਕੱਦ, ਜਿਸ ਦੇ ਕਿ ਛੋਟੇ ਕਾਲੇ ਵਾਲ ਸਨ, ਜਿਸਨੇ ਕਿ ਆਖਰੀ ਵਾਰ ਕਾਲੇ ਰੰਗ ਦੀ ਸਰਦੀਆਂ ਦੀ ਜੈਕਟ ਪਾਈ ਹੋਈ ਸੀ, ਇੱਕ ਗ੍ਰੇ ਰੰਗ ਦਾ ਹੁਡਡ ਸਵੈਟਰ ਪਾਇਆ ਹੋਇਆ ਸੀ, ਕਾਲੀ ਜੀਨ, ਕਾਲੇ ਤੇ ਸਫੇਦ ਰੰਗ ਦੇ ਬੂਟ ਪਾਏ ਹੋਏ ਸਨ ਤੇ ਸਫੇਦ ਰੰਗ ਦਾ ਮਾਸਕ ਲਾਇਆ ਹੋਇਆ ਸੀ। ਤੀਜੀ ਇੱਕ ਲੜਕੀ ਸੀ ਜਿਸ ਦੀ ਉਮਰ 14 ਤੋਂ 17 ਸਾਲ ਦੇ ਦਰਮਿਆਨ ਸੀ, ਜਿਸ ਦਾ ਕਿ ਭਾਰ 120 ਪੌਂਡ ਦੇ ਨੇੜੇ ਤੇ ਕੱਦ 5 ਫੁੱਟ 4 ਇੰਚ ਦੇ ਨੇੜੇ ਦੱਸਿਆ ਗਿਆ ਹੈ, ਜਿਸ ਦੇ ਕਿ ਕਾਲੇ ਲੰਮੇ ਵਾਲ ਸਨ, ਜਿਸਨੇ ਕਿ ਪੋਨੀ ਕੀਤੀ ਹੋਈ ਸੀ, ਕਾਲੇ ਰੰਗ ਦੀ ਪਫੀ ਜੈਕਟ ਪਾਈ ਹੋਈ ਸੀ, ਗ੍ਰੇ ਸਵੈਟ ਪੈਂਟ, ਸਫੇਦ ਤੇ ਕਾਲੇ ਬੂਟ ਪਾਏ ਹੋਏ ਸਨ, ਜਿਸ ਦੇ ਕੋਲ ਇੱਕ ਵੱਡਾ ਭੂਰੇ ਰੰਗ ਦਾ ਲੈਦਰ ਪਰਸ ਵੀ ਸੀ, ਜਿਸ ਦੀਆਂ ਕਿ 골ਡਨ ਰੰਗ ਦੀਆਂ ਦਸੀਆਂ ਸਨ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਨਾ ਤਿੰਨਾਂ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416 808 5300 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ 61 ਸਾਲ ਦੇ ਵਿਅਕਤੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਇੱਕ ਗੱਡੀ ਚਲਾ ਰਿਹਾ ਸੀ, ਜਿਸ ਸਮੇਂ ਉਹ ਖੁਦ ਵੀ ਨਸ਼ੇ ਵਿੱਚ ਸੀ ਤੇ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਤੇ ਉਸਨੇ ਵੱਡੀ ਗਿਣਤੀ ਵਿੱਚ ਬੀਅਰ ਦੇ ਕੇਨ ਰੱਖੇ ਹੋਏ ਸਨ। ਓਨਟਾਰੀਓ ਵਿੱਚ ਪੁਲਿਸ ਨੇ ਇੱਕ 61 ਸਾਲ ਦੇ ਵਿਅਕਤੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਗੱਡੀ ਚਲਾ ਰਿਹਾ ਸੀ, ਜਿਸ ਦੌਰਾਨ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਦੇ ਉੱਤੇ ਬੀਅਰ ਦੀਆਂ ਕੇਨਸ ਭਰੀਆਂ ਪਈਆਂ ਸਨ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਇੱਕ ਟ੍ਰੈਫਿਕ ਸਟਾਪ ਲਗਾਇਆ ਹੋਇਆ ਸੀ, ਜੋ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਰਾਈਡ ਉਸ ਤਹਿਤ, ਜਿਨ੍ਹਾਂ ਨੇ ਗ੍ਰੇ ਰੋਡ 17 ਟਾਊਨਸ਼ਿਪ ਆਫ ਜਾਰਜੀਅਨ ਬਲਫਸ ਤੇ ਸ਼ੁੱਕਰਵਾਰ ਦੀ ਸ਼ਾਮ ਨੂੰ 5:20 ਦੇ ਉੱਤੇ ਟ੍ਰੈਫਿਕ ਸਟਾਪ ਲਗਾਇਆ ਹੋਇਆ ਸੀ, ਜਿੱਥੇ ਉਹਨਾਂ ਨੇ ਇੱਕ ਡਰਾਈਵਰ ਨੂੰ ਰੋਕਿਆ, ਜਿਸ ਨੂੰ ਦੇਖ ਕੇ ਇਹ ਜਾਪ ਰਿਹਾ ਸੀ ਕਿ ਉਹ ਖੁਦ ਵੀ ਨਸ਼ੇ ਦੇ ਵਿੱਚ ਹੈ ਤੇ ਇਸ ਦੇ ਨਾਲ ਹੀ ਉਸਨੇ ਆਪਣੇ ਕੋਲ ਖੁੱਲੇ ਬੀਅਰ ਦੇ ਕੇਨ ਰੱਖੇ ਹੋਏ ਸਨ, ਜਿਸ ਤੋਂ ਬਾਅਦ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਸਟੇਸ਼ਨ ਦੇ ਉੱਤੇ ਲਿਜਾਇਆ ਗਿਆ, ਜਿੱਥੇ ਕਿ ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਉਹ ਨਸ਼ੇ ਦੇ ਵਿੱਚ ਵੀ ਸੀ, ਜਿਸ ਦੇ ਉੱਤੇ ਕਈ ਕੇਸ ਦਰਜ ਕੀਤੇ ਗਏ ਨੇ ਤੇ ਕਈ ਪਾਬੰਦੀਆਂ ਵੀ ਲਾ ਦਿੱਤੀਆਂ ਗਈਆਂ ਨੇ। 61 ਸਾਲ ਦੇ ਮਾਰਕ ਸਵੈਲ ਨਾਮਕ ਵਿਅਕਤੀ ਦੀ ਪਛਾਣ ਨੂੰ ਜਨਤਕ ਕਰਦੇ ਹੋਏ ਇਸ ਤਸਵੀਰ ਨੂੰ ਵੀ ਪੁਲਿਸ ਨੇ ਸਾਂਝਾ ਕੀਤਾ ਹੈ, ਜੋ ਗੱਡੀ ਵਿੱਚ ਬੀਅਰ ਦੀਆਂ ਇੰਨੀਆਂ ਕੇਨ ਉਹ ਲਈ ਫਿਰ ਰਿਹਾ ਸੀ। ਤਾਂ ਉਧਰ ਜਿਵੇਂ ਕਿ ਪ੍ਰਿੰਸ ਜਾਰਜ ਤੋਂ RCMP ਨੇ ਦੱਸਿਆ ਸੀ ਕਿ ਉੱਥੇ ਇੱਕ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਹੁਣ ਸੋਮਵਾਰ ਨੂੰ ਦੱਸਿਆ ਗਿਆ ਕਿ ਉਸ ਦਾ ਕਤਲ ਹੋਇਆ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪ੍ਰਿੰਸ ਜਾਰਜ ਵਿੱਚ ਇੱਕ ਔਰਤ ਦੀ ਮੌਤ ਹੋਈ ਸੀ, ਜਿਸ ਦੇ ਬਾਰੇ ਪੁਲਿਸ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਉਸ ਔਰਤ ਦਾ ਕਤਲ ਹੋਇਆ। ਪ੍ਰਿੰਸ ਜਾਰਜ RCMP ਨੇ ਕਿਹਾ ਕਿ 500 ਬਲਾਕ ਸਾਰਾ ਐਵੇਨਿਊ ਦੇ ਉੱਤੇ ਫਰਵਰੀ 4 ਨੂੰ ਇੱਕ ਔਰਤ ਦੀ ਮੌਤ ਹੋਈ ਸੀ, ਜੋ ਇੱਕ ਘਰ ਵਿੱਚ ਅਜਿਹਾ ਹੋਇਆ, ਜਿਸ ਤੋਂ ਬਾਅਦ ਉਹ ਜਾਂਚ ਕਰ ਰਹੇ ਨੇ, ਜਿਨ੍ਹਾਂ ਕਿਹਾ ਕਿ ਇਹ ਕਤਲ ਦਾ ਮਾਮਲਾ ਹੈ, ਜਿਸ ਦੇ ਉੱਤੇ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਉਸ ਔਰਤ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਸ਼ਾਇਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਮਨਜ਼ੂਰ ਨਾ ਹੋਵੇ। ਪੁਲਿਸ ਨੇ ਵੀ ਕਿਹਾ ਹੈ ਕਿ ਕੋਈ ਹੋਰ ਅਪਡੇਟ ਇਸ ਦੇ ਬਾਰੇ ਸਾਹਮਣੇ ਆਉਂਦੀ ਹੈ ਤਾਂ ਉਹ ਦੱਸਣਗੇ। ਟੋਰਾਂਟੋ ਵਿੱਚ ਇੱਕ ਰਤਨ ਨਾਮ ਦੇ ਬਜ਼ੁਰਗ ਨੂੰ ਲੱਭਣ ਵਾਸਤੇ ਪੁਲਿਸ ਦੇ ਵੱਲੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਲਾਪਤਾ ਨੇ। ਟੋਰਾਂਟੋ ਪੁਲਿਸ ਨੇ ਇੱਕ 84 ਸਾਲ ਦੇ ਬਜ਼ੁਰਗ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਜਿਨ੍ਹਾਂ ਦਾ ਨਾਮ ਰਤਨ ਦੱਸਿਆ ਗਿਆ ਹੈ। ਆਖਰੀ ਵਾਰ ਉਹਨਾਂ ਨੂੰ ਐਤਵਾਰ ਫਰਵਰੀ 12, 2023 ਨੂੰ ਸਵੇਰੇ 10 ਵਜੇ ਮਾਰਟਨ ਗਰੋਵ ਰੋਡ ਤੇ ਫਿੰਚ ਐਵੇਨਿਊ ਵੈਸਟ ਖੇਤਰ ਵਿੱਚ ਟੋਰਾਂਟੋ 'ਚ ਦੇਖਿਆ ਗਿਆ। ਰਤਨ, ਜਿਨ੍ਹਾਂ ਦੀ ਉਮਰ ਜਿਵੇਂ ਕਿ 84 ਸਾਲ ਦੱਸੀ ਗਈ ਹੈ, ਉਹਨਾਂ ਦਾ ਕੱਦ 5 ਫੁੱਟ 2 ਇੰਚ ਦੇ ਨੇੜੇ ਹੈ, 120 ਪੌਂਡ ਦੇ ਨੇੜੇ ਭਾਰ ਹੈ, ਗ੍ਰੇ ਤੇ ਕਾਲੀ ਦਾੜੀ ਵੀ ਹੈ, ਜਿਨ੍ਹਾਂ ਨੇ ਆਖਰੀ ਵਾਰ ਗੂੜੇ ਨੀਲੇ ਰੰਗ ਦਾ ਸਵੈਟਰ ਪਾਇਆ ਹੋਇਆ ਸੀ, ਗ੍ਰੇ ਟੀ-ਸ਼ਰਟ ਪਾਈ ਹੋਈ ਸੀ, ਪੂਰੀਆਂ ਜਰਾਬਾਂ ਪਾਈਆਂ ਹੋਈਆਂ ਸਨ ਤੇ ਗੂੜੇ ਨੀਲੇ ਰੰਗ ਦੇ ਸਲੀਪਰ ਪਾਏ ਹੋਏ ਸਨ। ਪੁਲਿਸ ਨੇ ਕਿਹਾ ਹੈ ਕਿ ਰਤਨ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਚਿੰਤਾ ਹੋ ਰਹੀ ਹੈ, ਜਿਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਟੋਰਾਂਟੋ ਪੁਲਿਸ ਨਾਲ 416 808 2300 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਕੈਨੇਡਾ ਦੇ ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਤੇ ਜੋ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਹੈ, ਉਹਨਾਂ ਦੇ ਵੱਲੋਂ ਰੀਕਾਲ ਜਾਰੀ ਕੀਤਾ ਗਿਆ। ਓਨਟਾਰੀਓ ਦੇ ਵਿੱਚ ਫਰੋਜ਼ਨ ਫਰਾਈਜ਼ ਇੱਕ ਬ੍ਰਾਂਡ ਦੀਆਂ ਵੇਚੀਆਂ ਗਈਆਂ ਨੇ, ਜਿਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮਾਰਕੀਟ ਦੇ ਵਿੱਚ ਉਹਨਾਂ ਨੂੰ ਵਾਪਸ ਮੰਗਵਾਇਆ ਗਿਆ ਹੈ। ਕਿਉਂ, ਇਸ ਦੇ ਬਾਰੇ ਤੁਹਾਨੂੰ ਹੁਣ ਅਸੀਂ ਦੱਸਾਂਗੇ। ਕੈਨੇਡਾ ਦੇ ਸਿਹਤ ਵਿਭਾਗ ਨੇ ਇੱਕ ਬ੍ਰਾਂਡ ਦੀਆਂ ਫਰੋਜ਼ਨ ਫਰਾਈਜ਼ ਨੂੰ ਓਨਟਾਰੀਓ ਭਰ ਵਿੱਚੋਂ
ਵਾਪਸ ਮੰਗਵਾਇਆ ਹੈ, ਜਿਸ ਦੇ ਬਾਰੇ ਰੀਕਾਲ ਵਾਰਨਿੰਗ ਜਾਰੀ ਕੀਤੀ ਗਈ ਹੈ। ਮੈਕਮਿਲਨਸ ਸਪੈਸ਼ਲਿਟੀ ਫੂਡਸ ਬ੍ਰਾਂਡ ਦੀਆਂ ਮੈਕਕੇਨ 3x8 ਇੰਚ ਸਟੇ ਕ੍ਰਿਸਪ ਸਟ੍ਰੇਟ ਕੱਟ ਫਰਾਈਜ਼, ਜਿਨ੍ਹਾਂ ਦੇ ਬਾਰੇ ਫਰਵਰੀ 11 ਨੂੰ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਸ ਦੀ ਪੈਕਿੰਗ ਦੇ ਉੱਤੇ ਨਹੀਂ ਲਿਖਿਆ ਗਿਆ ਕਿ ਉਸ ਦੇ ਵਿੱਚ ਗਲੂਟਨ ਜਾਂ ਕਣਕ ਦੀ ਮੌਜੂਦਗੀ ਹੋ ਸਕਦੀ ਹੈ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੇ ਨਾਲ ਹੀ ਸੂਬੇ ਭਰ ਵਿੱਚ ਵੱਖੋ ਵੱਖਰੇ ਸਟੋਰਸ ਵਿੱਚ ਜਿੱਥੇ ਵੀ ਇਹ ਫਰੋਜ਼ਨ ਫਰਾਈਜ਼ ਵੇਚੀਆਂ ਜਾ ਰਹੀਆਂ ਸਨ, ਇਹਨਾਂ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾ ਲਿਆ ਗਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਇਸ ਦੇ ਉੱਤੇ ਉਦੋਂ ਜਾਂਚ ਕੀਤੀ ਜਦੋਂ ਇੱਕ ਸ਼ਿਕਾਇਤ ਉਹਨਾਂ ਕੋਲ ਸਾਹਮਣੇ ਆਈ ਕਿ ਇੱਕ ਗ੍ਰਾਹਕ ਜਿਸਨੇ ਕਿ ਇਹਨਾਂ ਫਰੋਜ਼ਨ ਫਰਾਈਜ਼ ਨੂੰ ਖਾਧਾ, ਜਿਸ ਤੋਂ ਬਾਅਦ ਉਸ ਨੂੰ ਰਿਐਕਸ਼ਨ ਹੋ ਗਿਆ ਤੇ ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹਨਾਂ ਫਰਾਈਜ਼ ਦੀ ਪੈਕਿੰਗ ਦੇ ਉੱਤੇ ਸਾਰੀ ਜਾਣਕਾਰੀ ਨਹੀਂ ਲਿਖੀ ਗਈ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਜਿਸ ਨੂੰ ਵੀ ਕਣਕ ਜਾਂ ਗਲੂਟਨ ਤੋਂ ਐਲਰਜੀ ਹੋਵੇ ਉਹਨਾਂ ਦੇ ਲਈ ਇਹ ਖਤਰਨਾਕ ਹੋ ਸਕਦਾ ਹੈ ਜੇਕਰ ਉਹ ਇਹਨਾਂ ਫਰਾਈਜ਼ ਨੂੰ ਖਾਂਦੇ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਵੀ ਹੋ ਸਕਦੀ ਹੈ, ਜਿਸ ਦੇ ਵਾਸਤੇ ਸਲਾਹ ਦਿੱਤੀ ਜਾ ਰਹੀ ਹੈ ਜੇਕਰ ਤੁਸੀਂ ਇਹਨਾਂ ਫਰਾਈਜ਼ ਨੂੰ ਲੈ ਕੇ ਆਇਓ ਜਾਂ ਤਾਂ ਇਹਨਾਂ ਨੂੰ ਵਾਪਸ ਕਰ ਦੇਵੋ ਜਿਹੜੇ ਸਟੋਰ ਤੋਂ ਲਈਆਂ ਨੇ ਜਾਂ ਫਿਰ ਸੁੱਟ ਦਿੱਤਾ ਜਾਵੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।